ਧੰਨ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਮਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ, ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਭੁਲਾਵਹੁ ਤਿਉ ਨਾਨਕ ਦਾਸ ਬੋਲੇ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਭੁਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ, ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਹਜ਼ੂਰ ਨੇ ਮਹਾਨ ਬਖਸ਼ਿਸ਼ ਰਹਿਮਤ ਅਸਾਂ ਸਭਨਾਂ ਉੱਪਰ ਕੀਤੀ ਹੈ, ਜੋ ਸਤ ਸੰਗਤ ਦੀਆਂ ਘੜੀਆਂ ਸਾਡੀ ਝੋਲੀ ਦੇ ਅੰਦਰ ਪਾਈਆਂ ਨੇ। ਇਸ ਗੁਰੂ ਘਰ ਦੀ ਨਿਤ ਦੀ ਮਰਿਆਦਾ ਅਨੁਸਾਰ ਸੋਦਰ ਦੇ ਪਾਠ ਉਪਰੰਤ ਆਪ ਜੀ ਨੇ ਸਤਿਕਾਰਯੋਗ ਰਾਗੀ ਸਿੰਘਾਂ ਪਾਸੋਂ ਹਜ਼ੂਰ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਜਿਤਨਾ ਕੁ ਸਮਾਂ ਹਜ਼ੂਰ ਨੇ ਅਸਾਂ ਨੂੰ ਬਖਸ਼ਿਸ਼ ਕੀਤਾ ਹੈ, ਆਓ ਉਸ ਸਮੇਂ ਦੇ ਅੰਦਰ ਰੱਬ ਦੀਆਂ ਸਿਫਤਾਂ ਕਰਨ ਦਾ ਯਤਨ ਕਰੀਏ, ਤਾਂ ਜੋ ਸਾਡਾ ਇੱਥੇ ਆਇਆ ਹੋਇਆ ਸਫਲਾ ਹੋ ਸਕੇ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਸਾਰੇ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਸੰਸਾਰ ਦੇ ਅੰਦਰ ਹਰੇਕ ਕੋਈ ਕਿਸੇ ਨਾ ਕਿਸੇ ਆਸਰੇ ਦੇ ਸਹਾਰੇ ਦੇ ਨਾਲ ਟਿਕਿਆ ਹੋਇਆ ਹੈ। ਉਹ ਭਾਵੇਂ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਮਨੁੱਖ ਇੱਕ ਦੂਸਰੇ ਦਾ ਆਸਰਾ ਲਵੇ, ਉਹ ਆਸਰਾ
ਕਿਸੇ ਧਨ ਦਾ ਹੋ ਸਕਦਾ ਹੈ, ਦੌਲਤ ਦਾ ਹੋ ਸਕਦਾ ਹੈ, ਸ਼ੋਹਰਤ ਦਾ ਹੋ ਸਕਦਾ ਹੈ। ਪਰ ਇਸ ਸੰਸਾਰ ਦਾ ਸੁਭਾਵ ਇਸ ਤਰ੍ਹਾਂ ਦਾ ਹੈ ਕਿ ਇਹ ਸੰਸਾਰ ਸਹਾਰੇ ਤੋਂ ਬਿਨਾਂ ਨਹੀਂ ਚੱਲਦਾ। ਜਿੱਥੇ ਮੇਰੇ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਸਮਝਾਇਆ ਕਿ ਇਸ ਸੰਸਾਰ ਦਾ ਸਹਾਰਾ ਜਾਂ ਇਸ ਸੰਸਾਰ ਨੂੰ ਬਣਾਉਣ ਵਾਲਾ, ਇਸ ਸੰਸਾਰ ਦੀ ਸਮੁੱਚੀ ਕਾਰ ਨੂੰ ਚਲਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਭਾਵ ਕਿ ਇਸ ਸੰਸਾਰ ਦਾ ਸਹਾਰਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੇ ਇਸ ਸੰਸਾਰ ਦੇ ਅੰਦਰ ਬਣਾ ਕੇ ਭੇਜੇ ਹੋਏ ਮਨੁੱਖ ਜ਼ਰੂਰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਦੂਜੇ ਦਾ ਸਹਾਰਾ ਲੈਂਦੇ ਨੇ। ਪਰ ਸਾਹਿਬ ਜੀ ਨੇ, ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਕਹਿਣ ਲੱਗੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਹੜੇ ਭਗਤ ਨੇ, ਜਿਹੜੇ ਉਸ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦਾ ਆਸਰਾ ਕੇਵਲ ਉਸ ਪਰਮੇਸ਼ਰ ਦਾ ਨਾਮ ਹੁੰਦਾ ਹੈ। ਉਹ ਇੱਕ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਸਰੇ ਦਾ ਆਸਰਾ ਨਹੀਂ ਲੈਂਦੇ। ਤੇ ਅਸੀਂ ਪਾਵਨ ਗੁਰਬਾਣੀ ਦੇ ਅੰਦਰੋਂ ਪੜ੍ਹਦੇ ਹਾਂ, ਸਾਹਿਬ ਕਹਿਣ ਲੱਗੇ ਕਿ ਮੈਂ ਇਸ ਸੰਸਾਰ ਦੇ ਅੰਦਰ ਇਸ ਤਰ੍ਹਾਂ ਹਾਂ, ਜਿਸ ਤਰ੍ਹਾਂ ਇੱਕ ਨੇਤਰਹੀਨ ਵਿਅਕਤੀ ਨੇ ਕਿਤੇ ਜਾਣਾ ਹੋਵੇ ਜਾਂ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਪਰ ਪਹੁੰਚਣਾ ਹੋਵੇ ਤੇ ਉਹ ਨੇਤਰਹੀਨ ਕਿਸੇ ਸਹਾਰੇ ਤੋਂ ਬਿਨਾਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਮੂਵ ਨਹੀਂ ਕਰ ਸਕਦਾ। ਸਾਹਿਬ ਜੀ ਕਹਿਣ ਲੱਗੇ, ਇਸੇ ਤਰ੍ਹਾਂ ਮੈਂ ਇਸ ਸੰਸਾਰ ਦੇ ਅੰਦਰ ਵਿਚਰਦਾ ਹੋਇਆ ਬਿਲਕੁਲ ਉਸ ਨੇਤਰਹੀਣ ਦੀ ਨਿਆਈ ਹਾਂ ਕਿ ਤੇਰੇ ਨਾਮ ਤੋਂ ਬਿਨਾਂ ਮੈਂ ਇੱਕ ਕਦਮ ਵੀ ਨਹੀਂ ਚੱਲਦਾ। ਸਾਹਿਬ ਜੀ ਦੇ ਬਚਨ ਨੇ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਖੁੰਦਕਾਰਾ ਤੋਂ ਭਾਵ ਹੈ ਜੀ ਸਹਾਰਾ, ਜਾਂ ਅੰਧੇ ਦੇ ਹੱਥ ਦੇ ਵਿੱਚ ਜਿਹੜੀ ਡੰਗੋਰੀ ਫੜੀ ਹੁੰਦੀ ਹੈ। ਸਾਹਿਬ ਕਹਿੰਦੇ ਨੇ, ਮੈਂ ਉਸ ਪਰਮੇਸ਼ਰ ਦਾ ਸਹਾਰਾ ਮਨ ਕਰਕੇ ਤੱਕ ਲਿਆ ਹੈ। ਕਿਉਂਕਿ ਜਿਤਨੀ ਦੇਰ ਤੱਕ ਅਸੀਂ ਮਨ ਕਰਕੇ ਕਿਸੇ ਚੀਜ਼ ਨੂੰ ਸਵੀਕਾਰ ਨਹੀਂ ਕਰਾਂਗੇ, ਠੀਕ ਹੈ ਇਸ ਸੰਸਾਰ ਦੇ ਸਹਾਰੇ ਚੱਲਦੇ ਨੇ। ਮੇਰੇ ਸਾਹਿਬ ਦੇ ਬਚਨ ਨੇ, ਕਹਿਣ ਲੱਗੇ, ਕਿਸੇ ਦਾ ਸਹਾਰਾ ਹੋਵੇਗਾ ਪੁੱਤਰ ਕੋਈ, ਕਿਸੇ ਦਾ ਸਹਾਰਾ ਹੋਵੇਗਾ ਆਪਣੀ ਧੀਆਂ ਦਾ ਸਹਾਰਾ ਉਸਨੇ ਤੱਕਿਆ ਹੋਵੇਗਾ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਤੇ ਮੇਰੇ ਸਾਹਿਬ ਕਹਿਣ ਲੱਗੇ, ਕੇਵਲ ਆਪਣੇ ਸਵਾਰਥ ਦੇ ਲਈ ਵੱਡੇ ਵੱਡੇ ਧਨਵਾਨ ਦੌਲਤ ਵਾਲਿਆਂ ਦਾ ਆਸਰਾ ਵੀ ਇਹ ਮਨੁੱਖ ਤੱਕਦਾ ਹੈ ਕਿ ਕੱਲ ਨੂੰ ਜੇਕਰ ਮੈਨੂੰ ਕਿਤੇ ਲੋੜ ਪੈ ਜਾਵੇ ਤੇ ਮੈਂ ਇਸ ਦਾ ਸਹਾਰਾ ਲੈ ਕੇ ਆਪਣੇ ਕੰਮ ਨੂੰ ਪੂਰਾ ਕਰ ਸਕਾਂ। ਸਾਹਿਬ ਜੀ ਦੇ ਬਚਨ ਨੇ। ਪਰ ਕਹਿਣ ਲੱਗੇ, ਜਿਹੜੇ ਉਸ ਪਰਮੇਸ਼ਰ ਨੂੰ ਧਿਆਉਣ ਵਾਲੇ ਨੇ, ਹਮਾਰਾ ਧੜਾ ਹਰ ਰਹਿਆ ਸਮਾਈ, ਸਾਡਾ ਆਸਰਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਹਰੇਕ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ। ਤੇ ਮੈਂ ਬੇਨਤੀ ਕਰਾਂ, ਮੇਰੇ ਸਾਹਿਬ ਨੇ ਸ਼ਬਦ ਵਰਤੇ ਨੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਇੱਥੇ ਮਨ ਤੋਂ ਆਸਰਾ ਲੈਣ ਦੀ ਗੱਲ ਹੈ। ਠੀਕ ਹੈ, ਸਰੀਰ ਕਰਕੇ ਕਿਸੇ ਦਾ ਆਸਰਾ ਤੱਕ ਲੈਣਾ, ਜਾਂ ਮੈਂ ਆਪ ਜੀ ਦੇ ਚਰਨਾਂ ਦੇ ਅੰਦਰ ਬੇਨਤੀ ਕਰਾਂ, ਅਸੀਂ ਸਰੀਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਤੱਕਿਆ ਹੈ। ਤੇ ਆਓ ਗੁਰਮੁਖੋ ਅਰਦਾਸ ਕਰੀਏ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਕਿ ਕੋਈ ਵੇਲਾ, ਕੋਈ ਘੜੀ, ਕੋਈ ਦਿਨ, ਪਲ ਐਸਾ ਆ ਜਾਵੇ ਕਿ ਅਸੀਂ ਮਨ ਕਰਕੇ ਗੁਰੂ ਦਾ ਆਸਰਾ ਤੱਕ ਲਈਏ। ਕਿਉਂਕਿ ਮਨ ਦੀਆਂ ਦੋ ਅਵਸਥਾਵਾਂ ਮੇਰੇ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਦੱਸੀਆਂ ਨੇ, ਜਿੱਥੇ ਇਸ ਮਨ ਨੂੰ ਬਾਰ-ਬਾਰ ਮੇਰੇ ਸਾਹਿਬ ਨੇ ਸੰਬੋਧਨ ਕਰਕੇ ਆਖਿਆ ਕਿ ਹੇ ਮੇਰੇ ਮਨ, ਤੂੰ ਉਸ ਪਰਮੇਸ਼ਰ ਨੂੰ ਧਿਆ, ਉਸ ਨੂੰ ਜਪ, ਉਸ ਨੂੰ ਸਿਮਰ, ਤਾਂ ਹੀ ਤੇਰਾ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਕਿਉਂਕਿ ਜਿਤਨੀ ਦੇਰ ਤੱਕ ਇਸ ਮਨ ਦੇ ਅੰਦਰ ਹਉਮੈ ਰਹੇਗੀ, ਉਤਨੀ ਦੇਰ ਤੱਕ ਇਸ ਸੰਸਾਰ ਦੇ ਅੰਦਰ ਵਿਚਰਿਆ ਜਾ ਸਕਦਾ ਹੈ।
इस संसार दे अंदर धंधियां नूं कमाया जा सकता है, ते जां मैं आखां इस संसार दे अंदर विचरदियां होइयां धन दौलत पदार्थ ते इकट्ठे कीते जा सकते ने। पर एक गल याद रखियो, इस जीवन नूं सफल नहीं किया जा सकता। सफल तां होवेगा जेकर मन करके गुरु का आसरा तकिया जावे। ते असीं धन साहिब श्री गुरु तेग बहादुर साहब जी दे पहले बचन ने जिहड़े श्री गुरु ग्रंथ साहिब जी महाराज दे विच तीसरा राग है गौड़ी राग। गौड़ी राग दे विच मेरे साहब जी दे पहले बचन ने, कहन लगे ये जिहड़ा मन है ये बड़ा भैड़ा भी है, बड़ा चंचलताइयां दे नाल भी भरिया होया है। ते सच जाणियो गुरमुखो, ਜਿਹੜੀ ਸਾਡੇ इस मन ਨੂੰ हौमै ਦੀ ਕਾਲਖ लगती है उस ਦਾ प्रभाव भी मन ही स्वीकार करता है। ਤਾਂ मेरे साहब ने बचन कीते ने, साधो मन का मान त्यागो। इस मन के मान ਨੂੰ त्यागण ਦੇ ਲਈ मेरे साहब जी ਦੇ ਪਹਿਲੇ बचन ने गुरु ग्रंथ साहब महाराज ਦੇ ਵਿੱਚ। ਤੇ कई वारी ਤੇ ਇਹ मन ਦਾ ਹੰਕਾਰ ਇੱਥੋਂ ਤੱਕ ਪਹੁੰਚ ਜਾਂਦਾ ਹੈ, ਮੈਨੂੰ ਮਾਫ ਕਰਿਓ। ਅਸੀਂ ਕਿਸੇ ਵੇਲੇ ਝੂਠੇ ਬਰਤਨ ਸੰਗਤ ਦੇ ਧੋਂਦੇ ਹੋਈਏ ਤੇ ਸਾਡੇ ਮਨ ਦੇ ਅੰਦਰ ਵਿਚਾਰ ਚੱਲਦੇ ਪਏ ਨੇ ਕਿ ਮੈਂ ਤੇ ਬੜੀ ਸੇਵਾ ਕਰਦਾ, ਅੱਜ ਮੈਂ ਸੰਗਤ ਦੇ ਬਰਤਨ ਸਾਫ਼ ਕਰ ਦਿੱਤੇ, ਅੱਜ ਮੈਂ ਸੰਗਤ ਦੇ ਜੋੜੇ ਸਾਫ਼ ਕਰ ਦਿੱਤੇ। ਸਾਹਿਬ ਜੀ ਦੇ ਬਚਨ ਨੇ ਕਹਿਣ ਲੱਗੇ ਇਹ ਮਨ ਦੀ ਖੇਡ ਇਸ ਤਰ੍ਹਾਂ ਦੀ ਹੈ, ਕਿਉਂਕਿ ਇਹ ਜਿਹੜੀ ਸਾਡੀ ਬਾਡੀ ਹੈ ਇਸ ਬਾਡੀ ਦਾ ਪਾਰਟ ਨਹੀਂ ਮਨ। ਇਸ ਬਾਡੀ ਦੇ ਵਿੱਚ ਜਦੋਂ ਕੋਈ ਦਿੱਕਤ ਹੋ ਜਾਵੇ, ਕੁਝ ਨੁਕਸਾਨ ਹੋ ਜਾਵੇ ਤੇ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ। ਡਾਕਟਰ ਇਸ ਸਾਡੀ ਬਾਡੀ ਦਾ ਚੈੱਕਅਪ ਕਰਦੇ ਨੇ, ਜਿਤਨੀ ਕੁ ਜ਼ਰੂਰਤ ਹੁੰਦੀ ਹੈ ਸਾਨੂੰ ਔਸ਼ਧੀ ਦਿੰਦੇ ਨੇ, ਦਵਾ ਦਿੰਦੇ ਨੇ। ਉਸ ਦਵਾ ਨੂੰ ਖਾਣ ਦੇ ਨਾਲ ਸਾਡਾ ਸਰੀਰ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ। ਪਰ ਜਿਹੜਾ ਸਾਡਾ ਮਨ ਹੈ ਇਹ ਸਾਡੀ ਬਾਡੀ ਦਾ ਪਾਰਟ ਨਹੀਂ। ਕਿਸੇ ਸਿਆਣੇ ਪੁਰਖ ਨੇ ਆਖਿਆ ਹੈ, ਕਹਿਣ ਲੱਗਾ ਮਾਈਂਡ ਇਜ਼ ਦਾ ਬੰਡਲ ਆਫ ਥਾਟਸ। ਮਨ ਇੱਕ ਵਿਚਾਰਾਂ ਦਾ ਸਮੂਹ ਹੈ। ਦਿਸ ਇਜ਼ ਦਾ ਨੋਟ ਪਾਰਟ ਆਫ ਬਾਡੀ। ਇਹ ਸਾਡੀ ਬਾਡੀ ਦਾ, ਸਾਡੇ ਸਰੀਰ ਦਾ ਕੋਈ ਹਿੱਸਾ ਨਹੀਂ। ਸਰੀਰ ਦਾ ਹਿੱਸਾ ਹੁੰਦਾ ਤੇ ਮੈਨੂੰ ਮੁਆਫ ਕਰਿਓ, ਜਿੰਨਾ ਮਲੀਨ ਸਾਡਾ ਮਨ ਹੁੰਦਾ ਏ। ਤੇ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਇੱਕ ਜਨਮ ਨਹੀਂ, ਦੋ ਜਨਮ ਨਹੀਂ, ਸੱਚ ਜਾਣੀ ਤੇਰੇ ਇਸ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਾਲਾ ਹੁਆ ਸਿਆਹੋ, ਇਹ ਜਿਸ ਤਰ੍ਹਾਂ ਕਾਲੀ ਸ਼ਾਹੀ ਹੁੰਦੀ ਏ ਤੇ ਭੈੜੇ ਕਰਮਾਂ ਦੀ ਤੇਰੇ ਮਨ ਨੂੰ ਇਸ ਤਰ੍ਹਾਂ ਮੈਲ ਲੱਗੀ ਹੋਈ ਏ। ਜੇਕਰ ਇਹ ਬਾਡੀ ਦਾ ਪਾਰਟ ਹੁੰਦਾ ਤੇ ਹੋ ਸਕਦਾ ਸ਼ਾਇਦ ਡਾਕਟਰ ਕੋਈ ਸਿਆਣਾ ਪੁਰਖ ਸਾਡੇ ਇਸ ਮਨ ਦੀ ਜਨਮਾਂ ਜਨਮਾਂ ਦੀ ਮੈਲ ਨੂੰ ਸਾਫ਼ ਕਰ ਦਿੰਦਾ। ਪਰ ਇੰਨੀ ਸਮਰੱਥਾ ਰੱਖਣ ਵਾਲਾ ਕੋਈ ਨਹੀਂ। ਮਨ ਦੀ ਮਲੀਨਤਾ ਨੂੰ ਦੂਰ ਕਰਨ ਵਾਲਾ ਕੇਵਲ ਤੇ ਕੇਵਲ ਗੁਰੂ ਹੈ। ਮਨ ਦੀਆਂ ਦੋ ਅਵਸਥਾ ਜਾਂ ਦੋ ਪਾਸੇ ਮੇਰੇ ਸਾਹਿਬ ਨੇ ਬਿਆਨ ਕੀਤੇ ਨੇ। ਕਹਿਣ ਲੱਗੇ ਜਿੱਥੇ ਇਹ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਸਹਾਈ ਹੁੰਦਾ ਹੈ, ਤੇ ਇੱਕ ਗੱਲ ਯਾਦ ਰੱਖਿਓ ਕਿ ਇਹ ਮਨ ਹੀ ਉਸ ਪਰਮੇਸ਼ਰ ਤੋਂ ਦੂਰੀ ਦਾ ਵੱਡਾ ਕਾਰਨ ਵੀ ਬਣ ਜਾਂਦਾ ਹੈ। ਸਾਹਿਬ ਜੀ ਦੇ ਬਚਨ ਨੇ ਕਹਿਣ ਲੱਗੇ ਇਹ ਮਨ ਸਕਤੀ, ਇਹ ਮਨ ਸੀਓ। ਸਕਤੀ ਤੋਂ ਭਾਵ ਹੈ ਜੀ ਮਾਇਆ। ਜਿਸ ਤਰ੍ਹਾਂ ਦਾ ਵੀ ਸੁਭਾਅ, ਜਿਸ ਤਰ੍ਹਾਂ ਦਾ ਔਰਾ, ਜਿਸ ਤਰ੍ਹਾਂ ਦਾ ਵਾਤਾਵਰਨ, ਇਨਵਾਇਰਮੈਂਟ ਇਸ ਮਨ ਨੂੰ ਦੇਵਾਂਗੇ ਤੇ ਪਿਆਰਿਓ ਉਸੇ ਤਰ੍ਹਾਂ ਦਾ ਸੁਭਾਅ ਇਸ ਮਨ ਦਾ ਬਣ ਜਾਵੇਗਾ। ਅਸੀਂ ਦੇਖਦੇ ਹਾਂ ਨਾ, ਕਿਸੇ ਵੇਲੇ ਗੁਰੂ ਘਰ ਦੇ ਅੰਦਰ ਅਸੀਂ ਆਏ ਹਾਂ, ਕੀਰਤਨ ਸਰਵਣ ਕੀਤਾ, ਕਥਾ ਸਰਵਣ ਕੀਤੀ, ਗੁਰਬਾਣੀ ਦਾ ਪਾਠ ਆਪ ਕੀਤਾ, ਸੁਣਿਆ, ਤੇ ਕਦੇ ਕਦੇ ਸਾਡਾ ਮਨ ਬੜੇ ਟਿਕਾਊ ਦੇ ਵਿੱਚ ਆ ਜਾਵੇਗਾ। ਤੇ ਜਿਉਂ ਹੀ ਅਸੀਂ ਇਸ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਵਿੱਚ ਫਿਰ ਜਾਂਦੇ ਹਾਂ ਤੇ ਇਸ ਮਨ ਦਾ ਝੁਕਾਅ ਫਿਰ ਉਸ ਰੰਗ ਤਮਾਸ਼ਿਆਂ ਦੇ ਵੱਲ ਹੋ ਜਾਂਦਾ ਹੈ। ਸਾਹਿਬ ਕਹਿਣ ਲੱਗੇ ਇਹ ਪਿਆਰਾ ਵੀ ਹੈ ਮਨ। ਮੇਰੇ ਸਾਹਿਬ ਨੇ ਮਨ ਨੂੰ ਬੜਾ ਪਿਆਰਾ ਵੀ ਆਖਿਆ ਹੈ। ਇਹ ਮਨ ਪਿਆਰਿਆ
ਸਾਹਿਬ ਨੇ ਇਸ ਨੂੰ ਚੰਚਲ ਮੱਤ ਵਾਲਾ ਵੀ ਕਿਹਾ ਹੈ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਇੱਥੋਂ ਤੱਕ ਮੇਰੇ ਸਾਹਿਬ ਨੇ ਕਹਿ ਦਿੱਤਾ, ਕਹਿਣ ਲੱਗੇ ਜਿਸ ਤਰ੍ਹਾਂ ਇੱਕ ਲੋਭੀ ਹੁੰਦਾ ਹੈ ਤੇ ਉਸ ਨੂੰ ਲੋਭ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਦਿੰਦਾ, ਕਿਤੇ ਕਿਤੇ ਇਸ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਇਸ ਨੂੰ ਕੇਵਲ ਤੇ ਕੇਵਲ ਲੋਭ ਹੀ ਦਿਖਾਈ ਦਿੰਦਾ ਹੈ। ਮੇਰੇ ਸਾਹਿਬ ਨੇ ਕਿਹਾ ਇਹ ਮਨ ਲੋਭੀ, ਲੋਭ ਲੁਭਾਨਾ। ਜਿੱਥੇ ਇਸ ਨੂੰ ਮਨ ਪਿਆਰਾ ਕਰਕੇ ਮੇਰੇ ਸਾਹਿਬ ਨੇ ਬਚਨ ਕੀਤੇ, ਜਿੱਥੇ ਇਸ ਨੂੰ ਆਖਿਆ ਕਿ ਇਹ ਲੋਭੀ ਵੀ ਹੈ, ਤੇ ਮੇਰੇ ਸਾਹਿਬ ਕਹਿੰਦੇ ਨੇ, ਕਬੀਰ ਸਾਹਿਬ ਜੀ ਦੇ ਪਾਵਨ ਬਚਨ ਨੇ, ਕਹਿਣ ਲੱਗੇ ਇਸ ਮਨ ਨੂੰ ਸਮਝਿਆ ਵੀ ਨਹੀਂ ਜਾ ਸਕਦਾ। ਇੱਕ ਖਿਣ ਦੇ ਵਿੱਚ ਇਸ ਜੀਵ ਦੇ ਵਿਚਾਰਾਂ ਦੇ ਵਿੱਚ ਬਦਲਾਵ ਆਉਂਦਾ ਹੈ ਤੇ ਉਸ ਬਦਲਾਵ ਨੂੰ ਕਬੂਲ ਕਰਨ ਵਾਲਾ ਇਹ ਸਾਡਾ ਮਨ ਹੈ। ਜਿੱਥੇ ਤਨ ਕਰਮਾਂ ਨੂੰ ਕਬੂਲ ਕਰਦਾ ਹੈ, ਕਰਮਾਂ ਦਾ ਪ੍ਰਭਾਵ ਤਨ ਦੇ ਉੱਪਰ ਪੈਂਦਾ ਹੈ ਤੇ ਹੋਰ ਜਿਹੜੇ ਅਸੀਂ ਕਾਰਜ ਕਰਦੇ ਹਾਂ ਉਸ ਦਾ ਪ੍ਰਭਾਵ ਮਨ ਕਬੂਲ ਕਰਦਾ ਹੈ। ਸਰੀਰ ਕਰਕੇ ਅਸੀਂ ਧਰਮ ਦੇ ਕਾਰਜ ਕੀਤੇ, ਉਸ ਦਾ ਸੰਬੰਧ ਸਾਡੇ ਤਨ ਨਾਲ ਹੈ। ਪਰ ਜਿਤਨੀ ਦੇਰ ਤੱਕ ਅਸੀਂ ਮਨ ਕਰਕੇ ਉਹਨਾਂ ਕਰਮਾਂ ਦੇ ਵਿੱਚ ਟਿਕਾਂਗੇ ਨਹੀਂ ਤੇ ਉਹਨਾਂ ਕਾਰਜਾਂ ਦੇ ਵਿੱਚ ਸਫਲਤਾ ਨਹੀਂ ਮਿਲ ਸਕਦੀ। ਕਬੀਰ ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਮਤ ਜਾਣੀ ਜੇਕਰ ਕੀਰਤਨ ਸੁਣਿਆ, ਉਸ ਪਰਮੇਸ਼ਰ ਦੀ ਵਿਚਾਰ ਨੂੰ ਸੁਣਿਆ ਜਾਂ ਬਾਣੀ ਪੜ੍ਹਿਆ, ਮਨ ਟਿਕ ਗਿਆ ਅੱਜ, ਤੇ ਮਤ ਜਾਣੀ ਕਿ ਇਹ ਸਦੀਵੀ ਵਾਸਤੇ ਟਿਕਿਆ ਰਹੇਗਾ ਜਾਂ ਕਿਸੇ ਚੰਗੇ ਕਰਮ ਕਰਕੇ ਇਹ ਟਿਕਿਆ ਰਹੇਗਾ। ਕਬੀਰ ਸਾਹਿਬ ਜੀ ਦੇ ਬਚਨ ਨੇ, ਕਹਿਣ ਲੱਗੇ ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨਾ ਕਿਆ ਹੋਈ। ਇਸ ਮਨ ਦਾ ਗੁਰਮੁਖੋਂ ਕੁਛ ਪਤਾ ਨਹੀਂ। ਇੱਕ ਖਿਣ ਦੇ ਵਿੱਚ ਕੁਝ ਹੋਰ ਹੈ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੇ ਤੇ ਬੜੀਆਂ ਉੱਚੀਆਂ ਉਡਾਰੀਆਂ ਲਾਉਂਦਾ ਹੈ ਤੇ ਕਦੇ ਪਿਆਲ ਦੇ ਵਿੱਚ ਜਾ ਕੇ ਲੁਕ ਜਾਂਦਾ। ਪਰ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਸਹਾਰੇ ਨੂੰ ਤੱਕ ਲਿਆ, ਜਿਨ੍ਹਾਂ ਨੇ ਮਨ ਕਰਕੇ ਉਸ ਪਰਮੇਸ਼ਰ ਨੂੰ ਧਿਆਇਆ, ਉਸ ਦੀ ਕੀਰਤੀ ਨੂੰ ਗਾਇਆ, ਜਿਹੜੇ ਸਾਧਨਾ ਤੋਂ ਆਰਾਧਨਾ ਤੱਕ ਦਾ ਸਫ਼ਰ ਤੈਅ ਕਰ ਲੈਂਦੇ ਨੇ, ਤੇ ਜਿੱਥੇ ਕਬੀਰ ਸਾਹਿਬ ਜੀ ਨੇ ਬਚਨ ਕਹੇ ਨੇ, ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨਾ ਕਿਆ ਹੋਈ। ਪਰ ਜਦੋਂ ਹੀ ਉਸ ਪਰਮੇਸ਼ਰ ਨੂੰ ਧਿਆਇਆ ਗਿਆ, ਉਸ ਸਾਧਨਾ ਤੋਂ ਆਰਾਧਨਾ ਤੱਕ ਦਾ ਸਫ਼ਰ ਤੈਅ ਹੋ ਗਿਆ ਤੇ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨੇ, ਕਹਿਣ ਲੱਗੇ ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਣੀ। ਇੱਥੋਂ ਤੱਕ ਬਚਨ ਕਹਿ ਦਿੱਤੇ। ਜਦੋਂ ਕਬੀਰ ਸਾਹਿਬ ਜੀ ਤੇ ਤਸ਼ੱਦਦ ਹੋਇਆ, ਸਮੇਂ ਦੀ ਹਕੂਮਤ ਨੇ ਜ਼ੰਜੀਰਾਂ ਦੇ ਨਾਲ ਬੰਨ੍ਹ ਕੇ ਭਗਤ ਜੀ ਨੂੰ ਪਾਣੀ ਦੇ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ ਸੀ, ਤੇ ਉਸ ਸਮੇਂ ਵੀ ਕਬੀਰ ਸਾਹਿਬ ਜੀ ਦੇ ਬਚਨ ਸਨ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਇਸ ਤਨ ਦੇ ਨਾਲ ਤੇ ਭਾਵੇਂ ਜਿਤਨਾ ਮਰਜੀ ਤਸ਼ੱਦਦ ਹੁੰਦਾ ਰਵੇ, ਪਰ ਗੁਰਮੁਖੋ ਜਿਨ੍ਹਾਂ ਦਾ ਮਨ ਟਿਕ ਗਿਆ ਹੈ, ਸੱਚ ਜਾਣਿਓ ਉਹਨਾਂ ਨੂੰ ਇਹਨਾਂ ਸਰੀਰਾਂ ਦੇ ਕਸ਼ਟਾਂ ਦਾ ਕੋਈ ਵਧੇਰੇ ਉਹਨਾਂ ਤੇ ਅਸਰ ਨਹੀਂ ਹੁੰਦਾ, ਕਿਉਂਕਿ ਮਨ ਟਿਕਿਆ ਹੋਇਆ ਹੈ ਨਾ। ਤਾਂ ਹੀ ਤੇ ਭਾਵੇਂ ਚੜਖੜੀਆਂ ਤੇ ਚਾੜਿਆ ਗਿਆ ਗੁਰੂ ਕੇ ਲਾਲਾਂ ਨੂੰ, ਗੁਰੂ ਕੇ ਸਿੰਘਾਂ ਨੂੰ, ਪਰ ਮਨ ਟਿਕਿਆ ਹੋਇਆ ਸੀ। ਉਸ ਚੜਖੜੀ ਦੇ ਦੰਦੇ ਜਿਉਂ ਹੀ ਸਰੀਰ ਦੇ ਅੰਦਰ ਲੰਘਦੇ ਨੇ ਤੇ ਉਹ ਆਨੰਦ ਦੀ ਅਵਸਥਾ, ਉਹ ਮਨ ਦਾ ਟਿਕਾਊ ਹੋਰ ਜ਼ਿਆਦਾ ਵੱਡਾ ਹੁੰਦਾ ਜਾਂਦਾ ਹੈ। ਭਾਵੇਂ ਆਰੇ ਦੇ ਨਾਲ ਸਰੀਰ ਦੇ ਦੋ ਫਾੜ ਤੇ ਹੋ ਗਏ, ਪਰ ਟਿਕੇ ਹੋਏ ਮਨ ਦੇ ਵਿੱਚੋਂ ਫਿਰ ਵੀ ਜਪਜੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਆਉਂਦੀ ਪਈ ਹੈ। ਉਸ ਟਿਕੇ ਹੋਏ ਮਨ ਵਾਲੇ ਦੀ ਭਾਵੇਂ ਖੋਪੜੀ ਤੇ ਉਤਾਰ ਦਿੱਤੀ ਤਨ ਕਰਕੇ, ਪਰ ਜਿਸ ਦਾ ਮਨ ਟਿਕਿਆ ਹੋਇਆ ਹੈ ਉਹ ਫਿਰ ਡੋਲਦੇ ਨਹੀਂ। ਉਹ ਤੇ ਬਿਨਾਂ ਖੋਪੜੀ ਤੋਂ ਵੀ ਗੁਰੂ ਦੀ ਕੀਰਤੀ ਗਾਉਂਦਿਆਂ ਹੋਇਆਂ ਕਿੰਨੇ ਦਿਨ ਜਿਉਂਦੇ ਰਹਿ ਜਾਂਦੇ ਨੇ। ਇਸ ਤਰ੍ਹਾਂ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਹੁੰਦੀਆਂ ਨੇ ਜਿਹੜੇ ਮਨ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ। ਪਰ ਸ਼ਰਤ ਇੱਕ ਹੈ ਕਿ ਜਿੱਥੇ ਅਸੀਂ ਤਨ ਕਰਕੇ ਗੁਰੂ ਦੀ ਹਾਜ਼ਰੀ ਲਵਾਉਂਦੇ ਹਾਂ,
ਉੱਥੇ ਸਾਡਾ ਮਨ ਵੀ ਜੇਕਰ ਇੱਕ ਪਲ ਖਿਣ ਦੇ ਲਈ ਵੀ ਸਾਡਾ ਮਨ ਟਿਕ ਗਿਆ ਤੇ ਮਹਾਰਾਜ ਦੇ ਬਚਨ ਨੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਹਜ਼ੂਰ ਦੀ ਬਖਸ਼ਿਸ਼ ਹੈ, ਰਹਿਮਤ ਹੈ। ਆਪ ਸਭ ਬੜੇ ਪ੍ਰੇਮ ਦੇ ਨਾਲ ਹਾਜ਼ਰੀਆਂ ਭਰਦੇ ਹੋ ਡੇਲੀ, ਤੇ ਉਸ ਕਿਣਕੇ ਮਾਤਰ ਨੇ ਜਦੋਂ ਜਦੋਂ ਅਸੀਂ ਆਰਾਧਨਾ ਦੇ ਵੱਲ ਜਾਵਾਂਗੇ, ਸਿਮਰਨ ਦੇ ਵੱਲ ਜਾਵਾਂਗੇ ਜਾਂ ਗੁਰੂ ਦੀ ਸੰਗਤ ਕਰਾਂਗੇ, ਇਹ ਵੀ ਨਹੀਂ ਅਸੀਂ ਸਮਝ ਲੈਣਾ ਕਿ ਜੇਕਰ ਅਸੀਂ ਇੱਕ ਕਿਣਕਾ ਮਾਤਰ ਬੈਠੇ ਹਾਂ, ਸਾਡਾ ਮਨ ਨਹੀਂ ਟਿਕਦਾ ਪਿਆ, ਤੇ ਅਸੀਂ ਉਸ ਕਰਮ ਨੂੰ ਕਰਨਾ ਛੱਡ ਦਈਏ। ਇਸ ਕਰਮ ਦੇ ਵਿੱਚੋਂ ਹੀ ਗੁਰੂ ਨੇ ਰਹਿਮਤ ਕਰਕੇ ਕਿਣਕੇ ਦੀ ਦਾਤ ਸਾਡੀ ਝੋਲੀ ਦੇ ਅੰਦਰ ਪਾਉਣੀ ਹੈ। ਕਿਉਂਕਿ ਬਹੁਤੀ ਵਾਰੀ ਇਸ ਤਰ੍ਹਾਂ ਹੁੰਦਾ ਹੈ ਜੀ, ਸਾਡਾ ਮਨ ਨਹੀਂ ਟਿਕਦਾ। ਇੱਕ ਵਾਰੀ ਅਸੀਂ ਪਾਠ ਕੀਤਾ ਤੇ ਸਾਡਾ ਮਨ ਨਹੀਂ ਟਿਕਿਆ ਤੇ ਅਸੀਂ ਉਸ ਨੂੰ ਛੱਡ ਦਿੱਤਾ ਜੀ, ਸਾਡਾ ਤੇ ਬਾਣੀ ਦੇ ਵਿੱਚ ਮਨ ਹੀ ਨਹੀਂ ਲੱਗਦਾ। ਤੇ ਮੈਨੂੰ ਮਾਫ ਕਰਿਓ, ਜ਼ਿਆਦਾ ਸਵਾਲ ਇਸ ਤਰ੍ਹਾਂ ਦੇ ਹੁੰਦੇ ਨੇ, ਸਾਡਾ ਮਨ ਤੇ ਲੱਗਦਾ ਨਹੀਂ ਪਿਆ ਤੇ ਸਾਨੂੰ ਬਾਣੀ ਪੜ੍ਹਨ ਦਾ ਲਾਭ ਕੀ ਹੋਵੇਗਾ। ਇਹ ਮਤ ਜਾਣੀਏ, ਅਸੀਂ ਕਿਸੇ ਵੀ ਨਫੇ ਨੁਕਸਾਨ ਨੂੰ ਛੱਡ ਕੇ ਜਦੋਂ ਤੱਕ ਧਰਮ ਦੇ ਦਾਇਰੇ ਦੇ ਅੰਦਰ ਨਹੀਂ ਆਵਾਂਗੇ, ਧਰਮ ਦੇ ਕਾਰਜਾਂ ਨੂੰ ਨਹੀਂ ਕਰਾਂਗੇ, ਉਤਨੀ ਦੇਰ ਤੱਕ ਸਾਨੂੰ ਕੋਈ ਵਧੇਰੇ ਲਾਭ ਹੋਣ ਵਾਲਾ ਨਹੀਂ। ਸਾਹਿਬ ਜੀ ਨੇ ਬਚਨ ਕੀਤੇ ਨੇ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਜਦੋਂ ਨਫੇ ਨੁਕਸਾਨ ਨੂੰ ਤਿਆਗ ਕੇ ਤੇ ਧਰਮ ਦੇ ਕਾਰਜਾਂ ਦੇ ਵੱਲ ਵਧਾਂਗੇ, ਬਾਣੀ ਪੜਾਂਗੇ, ਸੇਵਾ ਦੇ ਵਿੱਚ ਲੱਗਾਂਗੇ, ਤੇ ਪਿਆਰਿਓ ਉਸੇ ਨੇਮ ਦੇ ਵਿੱਚੋਂ ਹੀ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋਵੇਗਾ। ਪਰ ਇੱਕ ਵਾਰੀ ਇਸ ਰਸਤੇ ਤੇ ਚੱਲ ਕੇ ਦੇਖੀਏ, ਤਾਂ ਕਰਕੇ ਬਖਸ਼ਿਸ਼ਾਂ ਹੋਣਗੀਆਂ। ਇਹ ਨਾ ਹੋਵੇ ਕਿ ਜੇਕਰ ਮਨ ਨਹੀਂ ਲੱਗਦਾ ਪਿਆ, ਹਾਂ ਅਰਦਾਸ ਜ਼ਰੂਰ ਕਰਿਆ ਕਰੋ ਕਿ ਗੁਰੂ ਸਾਹਿਬ ਜੀ, ਜਿੱਥੇ ਅਸੀਂ ਤਨ ਕਰਕੇ ਤੇਰੇ ਚਰਨਾਂ ਦੇ ਅੰਦਰ ਹਾਜ਼ਰ ਹੋਏ ਹਾਂ, ਉੱਥੇ ਸਾਡੀ ਮਨ ਦੀ ਹਾਜ਼ਰੀ ਵੀ ਲੱਗ ਜਾਵੇ। ਸਾਹਿਬ ਜੀ ਦੇ ਚਰਨਾਂ ਦੇ ਅੰਦਰ ਬਹੁਤ ਬਖਸ਼ਿਸ਼ਾਂ, ਰਹਿਮਤਾਂ ਵਰਤਦੀਆਂ ਨੇ। ਅੱਜ ਸਮਾਂ ਇਸ ਤਰ੍ਹਾਂ ਦਾ ਆਇਆ ਕਿ ਜਿਨ੍ਹਾਂ ਦੇ ਮਨ ਟਿਕਾਓ ਦੇ ਵਿੱਚ ਆ ਗਏ, ਜਾਂ ਜਿਹੜੇ ਪਹਿਲਾਂ ਕਰਮ ਤੇ ਕੁਝ ਹੋਰ ਕਰਨ ਵਾਲੇ ਨੇ, ਅੱਜ ਗੁਰੂ ਦੀਆਂ ਰਹਿਮਤਾਂ, ਗੁਰੂ ਦੀਆਂ ਬਖਸ਼ਿਸ਼ਾਂ ਵਰਤੀਆਂ ਨੇ, ਤੇ ਇੱਕ ਖਿਣ ਦੇ ਵਿੱਚ ਹੀ ਜਿਹੜਾ ਮਨ ਕੁਝ ਭੈੜੇ ਕਰਮ ਕਰਦਾ ਪਿਆ ਸੀ, ਜਿਸ ਦੀ ਇਜਾਜ਼ਤ ਗੁਰੂ ਸਾਨੂੰ ਨਹੀਂ ਦਿੰਦਾ, ਪਰ ਜਿਉਂ ਹੀ ਮਨ ਬਦਲਿਆ, ਆਪਣੇ ਔਗੁਣਾਂ ਨੂੰ ਸਵੀਕਾਰ ਕੀਤਾ, ਤੇ ਉਹੀ ਫਿਰ ਜਿਹੜਾ ਮਨ ਜਦੋਂ ਗੁਰੂ ਦੇ ਵੱਲ ਝੁਕਾਅ ਹੋ ਗਿਆ, ਤੇ ਗੁਰੂ ਨੇ ਮਹਾਨ ਬਖਸ਼ਿਸ਼ਾਂ, ਰਹਿਮਤਾਂ ਕਰ ਦਿੱਤੀਆਂ। ਅੱਜ ਚੋਲਾ ਸਾਹਿਬ ਦੀ ਧਰਤੀ ਦੇ ਉੱਪਰ ਰਾਤ ਦਾ ਸਮਾਂ ਹੋਇਆ, ਤੇ ਇੱਕ ਚੋਰ ਨੇ ਕਿਸੇ ਜ਼ਿਮੀਂਦਾਰ ਦੀ ਹਵੇਲੀ ਦੇ ਵਿੱਚੋਂ ਮੱਝਾਂ ਚੋਰੀ ਕੀਤੀਆਂ ਨੇ। ਮੱਝਾਂ ਲੈ ਕੇ ਉਹ ਚੋਰ ਜਾਂਦਾ ਪਿਆ ਏ। ਜਿਉਂ ਹੀ ਪਤਾ ਲੱਗਾ ਉਸ ਜ਼ਿਮੀਂਦਾਰ ਨੂੰ ਜਾਂ ਲੋਕਾਂ ਨੂੰ ਕਿ ਇੱਕ ਚੋਰ ਨੇ ਚੋਰੀ ਕਰ ਲਈ ਹੈ, ਤੇ ਉਹ ਜ਼ਿਮੀਂਦਾਰ ਤੇ ਲੋਕ ਉਸ ਚੋਰ ਦੇ ਪਿੱਛੇ ਲੱਗਦੇ ਨੇ। ਲੰਮਾ ਸਮਾਂ ਖੁਰਾ ਖੋਜ ਲੱਭਦਿਆਂ ਹੋਇਆਂ ਉਸ ਚੋਰ ਦੇ ਪਿੱਛੇ ਚੱਲਦੇ ਪਏ ਨੇ। ਸਮਾਂ ਹੋ ਗਿਆ, ਰਾਤ ਦੇ ਵੇਲੇ ਦੀਆਂ ਮੱਝਾਂ ਚੋਰੀ ਕੀਤੀਆਂ ਹੋਈਆਂ ਸਨ। ਅੰਮ੍ਰਿਤ ਵੇਲਾ ਹੋਇਆ ਹੈ। ਸਾਡੀ ਤਵਾਰੀਖ ਦੱਸਦੀ ਹੈ ਕਿ ਬਾਬਾ ਬਿਧੀ ਚੰਦ ਜੀ ਨੇ ਜਿਹੜੀਆਂ ਮੱਝਾਂ ਚੋਰੀ ਕੀਤੀਆਂ ਸਨ, ਭਾਵੇਂ ਕਿ ਹਜ਼ੂਰ ਦੀ ਪਾਵਨ ਗੁਰਬਾਣੀ ਤੇ ਅੰਦਰੋਂ ਅਸੀਂ ਪੜ੍ਹਦੇ ਹਾਂ, ਹਜ਼ੂਰ ਕਹਿਣ ਲੱਗੇ, ਚੋਰ ਕੀ ਹਾਮਾ ਭਰੈ ਨਾ ਕੋਏ। ਚੋਰ ਕੀਆ ਚੰਗਾ ਕਿਉ ਹੋਏ। ਜਿਹੜਾ ਚੋਰੀ ਕਰਦਾ ਹੈ, ਭਾਵੇਂ ਉਹ ਕੱਖ ਦੀ ਹੈ, ਤੇ ਸਿਆਣੇ ਕਹਿੰਦੇ ਨੇ ਭਾਵੇਂ ਉਹ ਲੱਖ ਦੀ ਹੈ, ਚੋਰੀ ਤੇ ਚੋਰੀ ਹੈ। ਪਰ ਜਿਉਂ ਹੀ ਗੁਰੂ ਦੀ ਬਖਸ਼ਿਸ਼ ਜਿਨ੍ਹਾਂ ਦੇ ਉੱਪਰ ਹੋ ਜਾਂਦੀ ਹੈ ਨਾ, ਉਹ ਫਿਰ ਪਿਛਲੇ ਕਰਮਾਂ ਨੂੰ ਬਖਸ਼ ਦਿੰਦਾ ਹੈ ਗੁਰੂ। ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਏ। ਮਤ ਅਸੀਂ ਕਿਸੇ ਦੇ ਪਿਛਲੇ ਕਰਮਾਂ ਨੂੰ ਦੇਖ ਕੇ ਤੇ ਆਪਣੇ ਮਨ ਦੇ ਅੰਦਰ ਕੇਵਲ ਇਹੀ ਵਿਚਾਰਧਾਰਾ ਬਣਾਈ ਜਾਈਏ ਕਿ ਇਹ ਪਹਿਲੇ ਤੇ ਕਰਮ ਆਪਣੇ ਦੇਖਦਾ ਨਹੀਂ, ਅੱਜ ਬੜੀ ਸੇਵਾ ਕਰਦਾ ਏ,
ਅੱਜ ਬੜੀ ਬਾਣੀ ਪੜ੍ਹਦਾ ਹੈ, ਅੱਜ ਬੜੇ ਧਰਮ ਦੇ ਕਾਰਜ ਕਰਦਾ ਪਿਆ ਹੈ। ਪਿਆਰਿਓ, ਠੀਕ ਹੈ, ਕਿਸੇ ਦੇ ਕਰਮ ਮਾੜੇ ਹੋ ਸਕਦੇ ਨੇ ਪਿਛਲੇ, ਪਰ ਕਿਸੇ ਨੂੰ ਕਦੇ ਵੀ ਇਹ ਆਖ ਕੇ ਮਨ ਨਾ ਅਸੀਂ ਉਸ ਦਾ ਦਿਖਾਈਏ ਕਿ ਇਸ ਦੇ ਪਿਛਲੇ ਕਰਮ ਕਿਸ ਤਰ੍ਹਾਂ ਦੇ ਸਨ। ਨਹੀਂ ਤੇ ਸਿਆਣੇ ਇੱਕ ਅਸੀਂ ਪੜ੍ਹਦੇ ਹੁੰਦੇ ਹਾਂ ਜੀ, ਮੁਹਾਵਰਾ ਹੁੰਦਾ ਹੈ, 100 ਚੂਹੇ ਖਾ ਕੇ ਤੇ ਕਹਿੰਦੇ ਨੇ ਬਿੱਲੀ ਹੱਜ ਨੂੰ ਚੱਲੀ। ਪਿਆਰਿਓ, ਕਿਤਨਾ ਭਲਾ ਹੈ, ਭਾਵੇਂ ਉਸਨੇ ਮਾੜੇ ਕਰਮ ਕੀਤੇ ਨੇ ਉਸ ਬਿੱਲੀ ਨੇ, ਪਰ ਕਿੰਨਾ ਭਲਾ, ਉਹ ਘੱਟ ਤੋਂ ਘੱਟ ਹੱਜ ਨੂੰ ਤੇ ਜਾ ਰਹੀ ਹੈ। ਤੇ ਮੇਰੇ ਵਰਗੇ ਕੇਵਲ ਗੱਲਾਂ ਕਰਨ ਵਾਲੇ ਗੁਰੂ ਦੀ ਨਾ ਬਾਣੀ ਪੜ੍ਹਨੀ, ਨਾ ਕੋਈ ਸੇਵਾ ਕਰਨੀ। ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਅੰਮ੍ਰਿਤ ਵੇਲਾ ਹੋ ਗਿਆ, ਸਾਡੀ ਤਵਾਰੀਖ ਨੇ ਦੱਸਿਆ। ਤੇ ਜਦੋਂ ਥੋੜੀ ਥੋੜੀ ਲੋ ਲੱਗਣੀ ਸ਼ੁਰੂ ਹੋਈ ਤੇ ਬਾਬਾ ਬਿਧੀ ਚੰਦ ਜੀ ਨੇ ਦੇਖਿਆ ਇੱਕ ਟੋਭਾ ਆਇਆ। ਉਸ ਟੋਭੇ ਦੇ ਅੰਦਰ ਚੋਰੀ ਕੀਤੇ ਹੋਏ ਪਸ਼ੂਆਂ ਨੂੰ ਵਾੜ ਕੇ ਤੇ ਆਪ ਇੱਕ ਕੁੱਲੀ ਦੇਖੀ ਹੈ। ਉਸ ਅਸਥਾਨ ਦੇ ਨੇੜੇ ਉਸ ਕੁੱਲੀ ਦੇ ਅੰਦਰ ਜਾਂਦੇ ਨੇ। ਇੱਕ ਝੌਂਪੜੀ ਨੁਮਾ ਅਸਥਾਨ ਬਣਿਆ ਹੋਇਆ ਸੀ। ਕੀ ਦੇਖਦੇ ਨੇ? ਇੱਕ ਮਹਾਂਪੁਰਸ਼ ਗੁਰੂ ਦਾ ਪਿਆਰਾ ਅੰਮ੍ਰਿਤ ਵੇਲੇ ਉਸ ਪਰਮੇਸ਼ਰ ਦੀ ਕਿਰਤੀ ਦੇ ਅੰਦਰ ਜੁੜਿਆ ਹੋਇਆ ਹੈ। ਜਾ ਕੇ ਉਸ ਮਹਾਂਪੁਰਖ ਨੂੰ, ਉਸ ਭਲੇ ਪੁਰਸ਼ ਨੂੰ ਜਾ ਕੇ ਨਮਸਕਾਰ ਕੀਤੀ। ਜਿਉਂ ਹੀ ਬਾਬਾ ਅਦਲੀ ਜੀ ਨੇ ਆਪਣੇ ਨੇਤਰ ਖੋਲ੍ਹੇ ਨੇ, ਦੇਖਿਆ ਕਿ ਇਹ ਨੌਜਵਾਨ ਜਿਹੜਾ ਮੇਰੀ ਕੁਟੀਆ ਦੇ ਵਿੱਚ ਜਾਂ ਮੇਰੀ ਝੌਂਪੜੀ ਦੇ ਵਿੱਚ ਆਇਆ ਹੋਇਆ ਹੈ, ਉਸ ਨੂੰ ਪੁੱਛਿਆ, ਭਾਈ ਤੇਰਾ ਨਾਮ ਕੀ ਹੈ, ਕੌਣ ਹੈ ਤੂੰ? ਤੇ ਉਸ ਰੂਹਾਨੀਅਤ ਭਰੇ ਨੇਤਰਾਂ ਨੂੰ ਦੇਖ ਕੇ ਬਾਬਾ ਬਿਧੀ ਚੰਦ ਜੀ ਨੇ ਆਪਣੇ ਮਨ ਦੇ ਸੱਚ ਨੂੰ ਉਸ ਭਲੇ ਪੁਰਸ਼ ਦੇ ਅੱਗੇ ਰੱਖ ਦਿੱਤਾ ਕਿ ਮੈਂ ਚੋਰ ਹਾਂ, ਚੋਰੀ ਕਰਕੇ ਆਇਆ ਹਾਂ ਤੇ ਮੇਰੇ ਪਿੱਛੇ ਉਹ ਜ਼ਿਮੀਂਦਾਰ ਦੇ ਬੰਦੇ ਲੱਗੇ ਹੋਏ ਨੇ ਤੇ ਅੱਜ ਮੈਨੂੰ ਤੁਸੀਂ ਬਚਾ ਲਿਓ, ਬਾਅਦ ਦੇ ਵਿੱਚ ਮੈਂ ਇਹ ਭੈੜੇ ਕਰਮ ਨੂੰ ਨਹੀਂ ਕਰਾਂਗਾ। ਕਿੰਨਾ ਭਲਾ ਹੋਵੇ ਜੇਕਰ ਅਸੀਂ ਵੀ ਆਪਣੇ ਔਗੁਣਾਂ ਨੂੰ ਸਵੀਕਾਰ ਕਰ ਲਈਏ। ਬਹੁਤੀ ਵਾਰੀ ਅਸੀਂ ਆਪਣੇ ਔਗੁਣਾਂ ਨੂੰ ਲੁਕਾਉਣ ਦਾ ਯਤਨ ਕਰਦੇ ਹਾਂ। ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ, ਜਦੋਂ ਤੇ ਕੋਈ ਚੰਗਾ ਕੰਮ ਕਰੀਏ ਨਾ, ਮੈਨੂੰ ਮਾਫ ਕਰਿਓ, ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੀਡੀਏ ਤੱਕ ਸਾਡੀਆਂ ਖਬਰਾਂ ਪਹੁੰਚਣ ਜੀ, ਅਖਬਾਰਾਂ ਦੇ ਵਿੱਚ ਸਾਡੀਆਂ ਫੋਟੋਆਂ ਲੱਗਣ। ਤੇ ਜਦੋਂ ਕੋਈ ਮਾੜਾ ਕਰਮ ਹੋ ਜਾਂਦਾ ਹੈ ਤੇ ਫਿਰ ਅਸੀਂ ਅੰਦਰਾਂ ਦੇ ਵਿੱਚ ਲੁਕਦੇ ਹਾਂ। ਕਿੰਨਾ ਭਲਾ ਹੋਵੇ ਆਪਣੇ ਔਗੁਣਾਂ ਨੂੰ ਆ ਕੇ ਗੁਰੂ ਦੇ ਅੱਗੇ ਸਵੀਕਾਰ ਕਰ ਦਈਏ ਤੇ ਗੁਰੂ ਦੇ ਅੱਗੇ ਅਰਦਾਸ ਕਰੀਏ, ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰਉ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਭਾਵੇਂ ਮੈਨੂੰ ਦੁੱਖ ਦੇ ਦਿਓ, ਭਾਵੇਂ ਸੁੱਖ ਦੇ ਦਿਓ, ਜੋ ਵੀ ਤੁਹਾਨੂੰ ਭਾਉਂਦਾ ਹੈ, ਪਰ ਮੇਰੇ ਲਈ ਤੇਰੇ ਤੋਂ ਵੱਡਾ ਹੋਰ ਕੋਈ ਆਸਰਾ ਨਹੀਂ, ਤੇਰਾ ਹੀ ਆਸਰਾ ਹੈ। ਆਪਣੇ ਔਗੁਣਾਂ ਨੂੰ ਬਾਬਾ ਅਦਲੀ ਜੀ ਦੇ ਸਾਹਮਣੇ ਰੱਖਿਆ ਹੈ ਬਾਬਾ ਬਿਧੀ ਚੰਦ ਜੀ ਨੇ। ਸੋ ਬਿਧ ਬਣੀ ਹੈ ਬਾਬਾ ਅਦਲੀ ਜੀ ਨੇ। ਉਹ ਜ਼ਿਮੀਂਦਾਰ ਜਿਹੜੇ ਪਿੱਛੇ ਲੱਗੇ ਹੋਏ ਸਨ, ਉਹਨਾਂ ਨੂੰ ਦੱਸ ਦਿੱਤਾ, ਤੁਹਾਡੀਆਂ ਮੱਝਾਂ ਆਣ, ਉਹ ਲੈ ਕੇ ਆਪਣੇ ਰਸਤੇ ਵੱਲ ਚੱਲਦੇ ਨੇ। ਬਾਅਦ ਦੇ ਵਿੱਚ ਬਾਬਾ ਅਦਲੀ ਜੀ ਬਾਬਾ ਬਿਧੀ ਚੰਦ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਲੈ ਕੇ ਜਾਂਦੇ ਨੇ। ਕਿਉਂਕਿ ਬਹੁਤਾ ਇਤਿਹਾਸ ਅਸੀਂ ਦੇਖਦੇ ਹਾਂ ਕਿ ਬਾਬਾ ਬਿਧੀ ਚੰਦ ਜੀ ਦਾ ਨਾਮ ਜ਼ਿਆਦਾਤਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਜੁੜਦਾ। ਪਰ ਸਭ ਤੋਂ ਪਹਿਲਾਂ ਬਾਬਾ ਬਿਧੀ ਚੰਦ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਤੇ ਉਹਨਾਂ ਦਰਸ਼ਨਾਂ ਦੇ ਵਿੱਚ ਵਸੀਲਾ ਜਾਂ ਵਿਚੋਲਾ ਬਾਬਾ ਅਦਲੀ ਜੀ ਬਣਦੇ ਨੇ। ਬਾਬਾ ਅਦਲੀ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਲੈ ਕੇ ਗਏ ਬਾਬਾ ਬਿਧੀ ਚੰਦ ਜੀ ਨੂੰ, ਤੇ ਜਾ ਕੇ ਸਾਰੀ ਵਾਰਤਾ ਗੁਰਦੇਵ ਸਤਿਗੁਰੂ ਨੂੰ ਦੱਸੀ ਹੈ ਕਿ ਇਸ ਦੇ ਕਰਮ ਇਸ ਤਰ੍ਹਾਂ ਦੇ ਨੇ, ਜਾਂ ਇਸ ਨੇ ਆਹ ਕਰਮ ਕੀਤਾ ਸੀ, ਪਰ ਆਪਣੇ ਔਗੁਣਾਂ ਨੂੰ ਸਵੀਕਾਰ ਕੀਤਾ ਹੈ। ਆਪ ਜੀ ਕਿਰਪਾ ਕਰ ਦਿਓ, ਇਸ ਦੇ ਔਗੁਣਾਂ ਨੂੰ ਕੱਟ ਕੇ ਗੁਣਾਂ ਦੀਆਂ ਦਾਤਾਂ ਬਖਸ਼ਿਸ਼ ਕਰੋ।
ਤੇ ਸਾਹਿਬ ਜੀ ਨੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਬਾਬਾ ਬਿਧੀ ਚੰਦ ਜੀ ਦੇ ਉੱਪਰ ਕੀਤੀਆਂ ਨੇ। ਜਿੱਥੇ ਬਾਬਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਮਹਾਨ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ, ਉੱਥੇ ਜਦੋਂ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਇਤਿਹਾਸ ਨੂੰ ਸੁਣਾਂਗੇ ਜਾਂ ਪੜ੍ਹਨ ਦਾ ਯਤਨ ਕਰਾਂਗੇ ਤੇ ਉਸ ਦੇ ਵਿੱਚ ਵੀ ਵੱਡੇ ਜਰਨੈਲਾਂ ਦੇ ਅੰਦਰ ਬਾਬਾ ਬਿਧੀ ਚੰਦ ਜੀ ਦਾ ਨਾਮ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੁਆਰਾ ਤਿਆਰ ਕੀਤੀ ਹੋਈ ਫੌਜ ਦੇ ਸੈਨਾਪਤੀ ਸਨ ਬਾਬਾ ਬਿਧੀ ਚੰਦ ਜੀ। ਤੇ ਜਦੋਂ ਸੰਗਤ ਦੇ ਵਿੱਚੋਂ ਲਿਆਂਦੇ ਹੋਏ ਘੋੜੇ ਚੋਰੀ ਕਰ ਲਏ ਜਾਂਦੇ ਨੇ ਜਾਂ ਰੱਖ ਲਏ ਜਾਂਦੇ ਨੇ, ਉਸ ਦਿਲਬਾਗ ਤੇ ਗੁਲਬਾਗ ਨਾਮ ਦੇ ਘੋੜੇ ਨੂੰ ਛਡਾਉਣ ਦਾ ਕਾਰਜ ਵੀ ਬਾਬਾ ਬਿਧੀ ਚੰਦ ਜੀ ਕਰਦੇ ਨੇ। 2 ਵਾਰੀ ਹਕੂਮਤ ਦੇ ਪੰਜੇ ਤੋਂ ਗੁਰੂ ਦੀਆਂ ਅਮਾਨਤਾਂ ਨੂੰ ਛਡਾ ਕੇ ਲਿਆਉਂਦੇ ਨੇ। ਪਹਿਲੀ ਵਾਰੀ ਜਦੋਂ ਘੋੜੇ ਨੂੰ ਛਡਾ ਕੇ ਲਿਆਏ ਤੇ ਮੇਰੇ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਆ ਕੇ ਨਤਮਸਤਕ ਹੋਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪ੍ਰੇਮ ਦੇ ਨਾਲ ਬਚਨ ਕੀਤੇ ਸੀ, ਭਾਈ ਜਿੱਥੇ ਤੂੰ ਸਾਡੇ ਪਿਤਾ ਦੇ ਚਰਨਾਂ ਦੇ ਅੰਦਰ ਹਾਜ਼ਰ ਹੋ ਕੇ ਗੁਰੂ ਕੇ ਸਿੱਖਾਂ ਦੀਆਂ ਮਹਾਨ ਸੇਵਾਵਾਂ ਕੀਤੀਆਂ ਨੇ, ਅੱਜ ਗੁਰੂ ਨੇ ਤੇਰੇ ਉੱਪਰ ਬਖਸ਼ਿਸ਼ ਕੀਤੀ ਹੈ, ਤੂੰ ਗੁਰੂ ਦੀ ਅਮਾਨਤ ਨੂੰ ਲਿਆ ਕੇ ਗੁਰੂ ਦੇ ਚਰਨਾਂ ਦੇ ਅੰਦਰ ਹਾਜ਼ਰ ਕੀਤਾ ਹੈ, ਅੱਜ ਮੰਗ ਲੈ ਜੋ ਵੀ ਤੇਰੇ ਮਨ ਦੀ ਇੱਛਾ ਹੈ, ਅੱਜ ਤੂੰ ਗੁਰੂ ਦੇ ਕੋਲੋਂ ਮੰਗ ਲੈ। ਤੇ ਉਸ ਸਮੇਂ ਬਾਬਾ ਬਿਧੀ ਚੰਦ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਸਾਹਿਬ ਜੀ ਜੇਕਰ ਤੁਹਾਡੀ ਕਿਰਪਾ ਹੈ, ਤੁਹਾਡੀ ਮਿਹਰ ਹੈ ਤੇ ਇਸ ਤੋਂ ਵੱਡੀ ਦਾਤ ਮੇਰੇ ਲਈ ਕੋਈ ਨਹੀਂ। ਤੇ ਮੇਰੇ ਸਾਹਿਬ ਜੀ ਨੇ ਉਸ ਸਮੇਂ ਵੀ ਬਾਬਾ ਬਿਧੀ ਚੰਦ ਜੀ ਨੂੰ ਬਚਨ ਕੀਤੇ ਸਨ। 3 ਬਚਨ ਦਿੱਤੇ ਮੇਰੇ ਸਾਹਿਬ ਨੇ। ਕਹਿਣ ਲੱਗੇ, ਨਾਮ ਕਾ ਰੰਗ ਸਾਧੂ ਕਾ ਸੰਗ, ਤੇ ਤੀਸਰਾ ਬਚਨ ਕੀਤਾ ਸੀ ਨਿਸ਼ਚਾ ਅਭੰਗ। ਤੇਰਾ ਜਿਹੜਾ ਨਿਸ਼ਚਾ ਹੈ, ਮਨ ਦੀ ਦ੍ਰਿੜਤਾ ਜਿਹੜੀ ਹੈ, ਉਹ ਇੱਕਦਮ ਅਭੰਗ ਰਹੇਗੀ, ਉਸ ਨੂੰ ਕੋਈ ਤੋੜ ਨਹੀਂ ਸਕਦਾ, ਉਸ ਨੂੰ ਕੋਈ ਖਤਮ ਨਹੀਂ ਕਰ ਸਕਦਾ। ਤੇ ਸਾਹਿਬ ਜੀ ਦੇ ਚਰਨਾਂ ਅੰਦਰ ਰਹਿ ਕੇ ਐਸੇ ਮਹਾਂਪੁਰਸ਼ਾਂ ਨੇ ਮਹਾਨ ਸੇਵਾਵਾਂ ਕੀਤੀਆਂ ਤੇ ਮੇਰੇ ਸਾਹਿਬ ਜੀ ਨੇ ਆਪਣੀ ਛਾਤੀ ਦੇ ਨਾਲ ਲਾ ਕੇ ਆਖਿਆ ਸੀ, ਬਿਧੀ ਚੰਦ ਸੀਨਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਐਸੀਆਂ ਮਹਾਨ ਰਹਿਮਤਾਂ ਗੁਰਮੁਖੋ ਅੱਜ ਵੀ ਵਰਤਦੀਆਂ ਨੇ, ਪਰ ਸਾਡਾ ਵਿਸ਼ਵਾਸ, ਸਾਡੀ ਸ਼ਰਧਾ ਗੁਰੂ ਦੇ ਪ੍ਰਤੀ ਹੋਣੀ ਚਾਹੀਦੀ ਹੈ ਮਨ ਕਰਕੇ। ਠੀਕ ਹੈ, ਤਨ ਕਰਕੇ ਕਰਮ ਕਰਨੇ ਚੰਗੀ ਗੱਲ ਹੈ, ਪਰ ਮਨ ਕਰਕੇ ਜਿਤਨੀ ਦੇਰ ਤੱਕ ਸ਼ਰਧਾ, ਸਾਡਾ ਵਿਸ਼ਵਾਸ ਗੁਰੂ ਦੇ ਉੱਪਰ ਨਹੀਂ ਅਟੁੱਟ ਬਣਦਾ, ਉਤਨੀ ਦੇਰ ਤੱਕ ਸਾਡੇ ਜੀਵਨ ਦੀ ਸਫਲਤਾ ਜਿਹੜੀ ਹੈ ਉਹ ਅਸੰਭਵ ਹੈ। ਠੀਕ ਹੈ, ਸੰਸਾਰੀ ਤੌਰ ਦੇ ਉੱਪਰ ਸਫਲਤਾ ਹੋ ਸਕਦੀ ਹੈ, ਜ਼ਿਆਦਾ ਵਾਰੀ ਸਾਡੀਆਂ ਸਿਆਣਪਾਂ, ਸਾਡੀਆਂ ਚਲਾਕੀਆਂ, ਸਾਡੀਆਂ ਚਤੁਰਾਈਆਂ ਸਾਨੂੰ ਮਨ ਕਰਕੇ ਗੁਰੂ ਦੇ ਚਰਨਾਂ ਦੇ ਅੰਦਰ ਨਹੀਂ ਆਉਣ ਦਿੰਦੀਆਂ। ਇਹ ਸੱਚਾਈ ਹੈ, ਯਕੀਨਨ ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ। ਕੋਈ ਵਿਦਵਾਨ ਹੋਵੇ, ਸਾਹਿਬ ਜੀ ਨੇ ਬਚਨ ਕੀਤੇ ਨੇ, ਕਹਿਣ ਲੱਗੇ ਜੇਕਰ ਕੋਈ ਕੁੱਲ ਕਰਕੇ ਬੜਾ ਵੱਡਾ ਹੋਵੇ, ਜਾਤ ਕਰਕੇ ਬੜਾ ਵੱਡਾ ਹੋਵੇ, ਜਾਂ ਉਹ ਸਿਆਣਾ ਬੜਾ ਹੋਵੇ, ਜਾਂ ਉਸ ਦੇ ਅੰਦਰ ਜਿਹੜੀਆਂ ਸਿਆਣਪਾਂ ਨੇ, ਪਰ ਜਿਤਨੀ ਦੇਰ ਤੱਕ ਗੁਰੂ ਦੇ ਪ੍ਰਤੀ ਪ੍ਰੇਮ ਨਹੀਂ ਹੈ, ਉਤਨੀ ਦੇਰ ਤੱਕ ਉਹ ਇੱਕ ਮਰੇ ਹੋਏ ਜੀਵ ਦੀ ਨਿਆਈ ਹੈ। ਅਤ ਸੁੰਦਰ, ਕੁਲੀਨ, ਚਤੁਰ, ਮੁਖ ਗਿਆਨੀ, ਧਨਵੰਤ, ਉਹ ਧਨ ਵਾਲਾ ਵੀ ਹੋਵੇ, ਮੁਖ ਤੋਂ ਬੜਾ ਗਿਆਨ ਉਹਦੇ ਝੜਦਾ ਹੋਵੇ, ਤੇ ਸਰੀਰ ਕਰਕੇ, ਤਨ ਕਰਕੇ ਵੀ ਬੜੀ ਸੁੰਦਰਤਾ ਉਸ ਦੇ ਕੋਲ ਹੋਵੇ, ਪਰ ਸਾਹਿਬ ਕਹਿੰਦੇ ਨੇ ਮਿਰਤਕ ਕਹੀਐ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਜੇਕਰ ਉਸ ਪਰਮੇਸ਼ਰ ਦੇ ਨਾਲ ਪ੍ਰੀਤ ਹੀ ਨਹੀਂ ਬਣੀ, ਪ੍ਰੇਮ ਹੀ ਨਹੀਂ ਬਣਿਆ, ਤੇ ਉਹ ਮਨੁੱਖ ਸਰੀਰ ਕਰਕੇ ਸੋਹਣਾ ਹੋਵੇ, ਗਿਆਨ ਕਰਕੇ ਬੜਾ ਗਿਆਨੀ ਹੋਵੇ, ਜਾਤ ਕਰਕੇ ਬੜਾ ਆਪਣੇ ਆਪ ਨੂੰ ਵੱਡਾ ਸਮਝਦਾ ਹੋਵੇ, ਸਿਆਣਾ ਸਮਝਦਾ ਹੋਵੇ, ਪਰ ਗੁਰੂ ਦੀ
ਨਿਗਾਹ ਦੇ ਵਿੱਚ ਉਹ ਇੱਕ ਮੁਰਦੇ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ। ਸਾਹਿਬ ਜੀ ਨੇ ਕਿਹਾ ਕਿ ਮਨ ਕਰਕੇ ਗੁਰੂ ਦਾ ਆਸਰਾ ਤੱਕਣਾ ਹੈ, ਕਿਉਂਕਿ ਹਰੇਕ ਚੀਜ਼ ਨੂੰ ਕਬੂਲ ਕਰਨ ਵਾਲਾ ਸਾਡਾ ਮਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਕਹਿਣ ਲੱਗੇ ਇਹ ਮਨੁੱਖ ਇਹਨਾਂ ਨੇਤਰਾਂ ਦੇ ਨਾਲ ਇਸ ਸਾਰੇ ਸੰਸਾਰ ਨੂੰ ਦੇਖਦਾ ਹੈ, ਇਸ ਰਸਨਾ ਦੇ ਨਾਲ ਬੋਲਦਾ ਹੈ, ਜਿੱਥੇ ਇਸ ਰਸਨਾ ਦੇ ਨਾਲ ਸਵਾਦ ਵੀ ਚੱਖਦਾ ਹੈ, ਇਹਨਾਂ ਕੰਨਾਂ ਦੇ ਨਾਲ ਸੁਣਦਾ ਹੈ, ਇਹਨਾਂ ਪੈਰਾਂ ਦੇ ਨਾਲ ਚੱਲ ਕੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਪਰ ਇਹ ਜਿਹੜੇ ਸਾਰੇ ਸਾਡੇ ਕਰਮ ਇੰਦਰੇ ਨੇ, ਇਹਨਾਂ ਦੇ ਉੱਪਰ ਕੰਟਰੋਲ ਕਰਨ ਵਾਲਾ ਕੇਵਲ ਸਾਡਾ ਮਨ ਹੈ। ਭਾਈ ਸਾਹਿਬ ਜੀ ਦੇ ਬਚਨ ਨੇ, ਦੇਹੀ ਅੰਦਰ ਇੱਕ ਮਨ, ਇੰਦਰੀ ਪਰਵਾਣਾ, ਇੰਦਰੀਆਂ ਨੇ ਇਸ ਨੂੰ ਪ੍ਰਵਾਨ ਕੀਤਾ ਹੋਇਆ ਹੈ। ਇਸ ਤੋਂ ਭਾਵ ਅਸੀਂ ਸਮਝੀਏ ਕਿ ਜਿੱਥੇ ਸਾਡੇ ਮਨ ਦਾ ਕੰਟਰੋਲ ਇਹਨਾਂ ਇੰਦਰੀਆਂ ਦੇ ਉੱਪਰ ਹੈ, ਤੇ ਜਿਹੜੀ ਵੀ ਕਮਾਂਡ ਇਹ ਮਨ ਸਾਡੇ ਇੰਦਰੀਆਂ ਨੂੰ ਦੇਵੇਗਾ, ਸੁਭਾਵਿਕ ਹੀ ਹੈ ਕਿ ਸਾਡੇ ਇੰਦਰੇ ਉਸੇ ਤਰ੍ਹਾਂ ਦਾ ਕਾਰਜ ਕਰਨਗੇ। ਗੁਰਬਾਣੀ ਦੇ ਵਿੱਚੋਂ ਅਸੀਂ ਉਦਾਹਰਨ ਲੈ ਲਈਏ, ਜਿੱਥੇ ਅਸੀਂ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਕਿ ਇਸ ਤਨ ਦੀ ਗੱਲ ਕਰਦਿਆਂ ਕਰਦਿਆਂ ਇਸ ਮਨ ਦੇ ਉੱਪਰ ਪ੍ਰਭਾਵ ਕਿਸ ਤਰ੍ਹਾਂ ਪੈਂਦਾ ਹੈ। ਹਜ਼ੂਰ ਨੇ 4 ਬਚਨ ਵਰਤੇ ਨੇ, ਤੇ ਉਹਨਾਂ 4 ਬਚਨਾਂ ਦੇ ਵਿੱਚ ਸਾਹਿਬ ਜੀ ਕਹਿੰਦੇ ਨੇ ਕਿ ਇਹ ਮਨ ਨੇ ਉਹਨਾਂ ਕਰਮਾਂ ਨੂੰ ਕਬੂਲ ਕਰਨਾ ਹੈ। ਜਦੋਂ ਸਾਹਿਬ ਜੀ ਬਚਨ ਕਰਦੇ ਨੇ, ਆਪ ਜੀ ਸਿਆਣੇ ਬੈਠੇ ਹੋ ਪੜ੍ਹਨ ਵਾਲੇ, ਜਿਤ ਖਾਧੈ ਮਤ ਦੂਰ ਹੋਏ, ਜਾਂ ਚਿਤ ਪੀਤੈ ਮਤ ਦੂਰ ਹੋਏ। ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਇਸ ਤਨ ਨੂੰ ਤੇ ਪੀੜਦਾ ਹੈ, ਜਦੋਂ ਕੋਈ ਮਨੁੱਖ ਮਦ ਦਾ ਸੇਵਨ ਕਰੇਗਾ, ਨਸ਼ਾ ਕਰੇਗਾ, ਤੇ ਉੱਥੇ ਉਸ ਮਦ ਦਾ ਜਿਹੜਾ ਉਸ ਨਸ਼ੇ ਦਾ ਪ੍ਰਭਾਵ ਮਨ ਤੇ ਉੱਪਰ ਹੀ ਪੈਂਦਾ ਹੈ। ਭਾਵੇਂ ਸਾਡੇ ਵਸਤਰ ਪਹਿਨੇ ਹੋਏ ਇਸ ਤਨ ਦੇ ਉੱਪਰ ਹੁੰਦੇ ਨੇ, ਪਰ ਉਹਨਾਂ ਵਸਤਰਾਂ ਦਾ ਪ੍ਰਭਾਵ ਸਾਡੇ ਮਨ ਦੇ ਉੱਪਰ ਪੈਂਦਾ ਹੈ। ਇਸ ਨੂੰ ਮੰਨਣਾ ਪਵੇਗਾ ਸੱਚ ਕਰਕੇ। ਭਾਵੇਂ ਅਸੀਂ ਕਿਸੇ ਪਦਾਰਥ ਨੂੰ ਖਾਂਦੇ ਤੇ ਇਸ ਤਨ ਕਰਕੇ ਹਾਂ, ਸਾਡੇ ਤਨ ਦੀ ਜ਼ਰੂਰਤ ਹੈ, ਪਰ ਇਸ ਤਨ ਦੇ ਵਿੱਚ ਗਏ ਹੋਏ ਭੋਜਨ ਨੇ, ਇਸ ਤਨ ਦੇ ਵਿੱਚ ਗਏ ਹੋਏ ਪਦਾਰਥਾਂ ਨੇ ਮਨ ਦੇ ਉੱਪਰ ਅਸਰ ਜ਼ਰੂਰ ਕਰਨਾ ਹੈ। ਇਸ ਕਰਕੇ ਆਓ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਬੇਨਤੀ ਅਰਜ਼ੋਈ ਕਰੀਏ, ਜਿਵੇਂ ਸਾਹਿਬ ਜੀ ਨੇ ਬਾਰ-ਬਾਰ ਗੁਰਬਾਣੀ ਦੇ ਅੰਦਰ ਇਸ ਮਨ ਨੂੰ ਮੋੜਿਆ ਹੈ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਕਿ ਹੇ ਮੇਰੇ ਮਨ ਉਸ ਪਰਮੇਸ਼ਰ ਨੂੰ ਧਿਆਉਣਾ ਕਰ। ਜਾਂ ਸਾਹਿਬ ਜੀ ਦੇ ਬਚਨ ਨੇ ਕਿ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਮਨ ਜਿਹੜਾ ਮੁੜ ਮੁੜ ਕੇ ਨਿਵਾਣ ਵੱਲ ਜਾਂਦਾ ਪਿਆ ਹੈ, ਇਸ ਨੂੰ ਅਸੀਂ ਗੁਰੂ ਦੇ ਅੱਗੇ ਅਰਪਣ ਕਰ ਦਈਏ, ਤਾਂ ਜੋ ਸਾਡਾ ਮਨ ਹਮੇਸ਼ਾ ਦੇ ਲਈ ਗੁਰੂ ਦੇ ਨਾਲ ਜੁੜਿਆ ਰਵੇ, ਗੁਰੂ ਦੇ ਚਰਨਾਂ ਦੇ ਵਿੱਚ ਰਹੀਏ। ਤਾਂ ਜੋ ਕਬੀਰ ਸਾਹਿਬ ਜੀ ਦੇ ਬਚਨ ਪਹਿਲਾਂ ਵੀ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ, RAM ਕਬੀਰਾ ਏਕ ਭਏ ਹੈ, ਕੋਇ ਨਾ ਸਕੈ ਪਛਾਣੀ, ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਫਿਰ ਹਰੀ ਦੇ ਵਿੱਚ ਤੇ ਉਸ ਦੇ ਜਨਾਂ ਦੇ ਵਿੱਚ ਕੋਈ ਫਰਕ ਨਾ ਰਹਿ ਜਾਵੇ। ਗੁਰੂ ਸਾਹਿਬ ਜੀ ਐਸੀਆਂ ਮਹਾਨ ਬਖਸ਼ਿਸ਼ਾਂ ਰਹਿਮਤ ਅਸਾਂ ਸਭਨਾਂ ਦੇ ਉੱਪਰ ਕਰਨ, ਤਾਂ ਜੋ ਆਇਆ ਹੋਇਆ ਜੀਵਨ ਸਾਡਾ ਸਫਲਾ ਹੋ ਸਕੇ। ਆਪ ਜੀ ਦੇ ਚਰਨਾਂ ਦੇ ਅੰਦਰ ਬੇਨਤੀ ਹੈ ਕਿ 16 ਤਰੀਕ ਨੂੰ 16 ਅਪ੍ਰੈਲ 2023 ਦਿਨ ਐਤਵਾਰ ਨੂੰ ਖੰਡੇ ਬਾਟੇ ਦੀ ਪੌਲ 5 ਪਿਆਰਿਆਂ ਦੇ ਵੱਲੋਂ ਤਿਆਰ ਕੀਤੀ ਜਾਵੇਗੀ। ਆਪ ਸਮੂਹ ਸੰਗਤਾਂ ਜਿਨ੍ਹਾਂ ਦਾ ਅਜੇ ਤੱਕ ਮਨ ਨਹੀਂ ਬਣਿਆ, ਪਿਆਰਿਓ ਜ਼ਰੂਰ ਮਨ ਬਣਾਓ, ਗੁਰੂ ਵਾਲੇ ਹੋ ਕੇ ਆਪਾਂ ਆਪਣੇ ਜੀਵਨ ਨੂੰ ਬਤੀਤ ਕਰੀਏ। ਔਰ ਜੋ ਵੀ ਅਸੀਂ ਜਿਤਨੀ ਦੇਰ ਤੱਕ ਗੁਰੂ ਦਾ ਆਸਰਾ, ਗੁਰੂ ਦਾ ਓਟ ਨਹੀਂ ਲਵਾਂਗੇ, ਉਤਨੀ ਦੇਰ ਤੱਕ ਜੀਵਨ ਦੀ ਸਫਲਤਾ ਅਸੰਭਵ ਹੈ। ਇਸ ਨੂੰ ਸੰਭਵ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਗੁਰੂ ਦੇ ਘਰ ਐਡਮਿਸ਼ਨ ਲੈਣੀ ਬੜੀ ਲਾਜ਼ਮੀ ਹੈ। ਇਸੇ ਐਡਮਿਸ਼ਨ ਦੇ ਕਾਰਜ
16 ਤਰੀਕ ਨੂੰ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਹੀ ਹੋਣਗੇ। ਆਪ ਸਮੂਹ ਸੰਗਤਾਂ ਨੇ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਜ਼ਰੂਰ ਖੰਡੇ ਬਾਟੇ ਦੀ ਪੌਲ ਛਕ ਕੇ ਗੁਰੂ ਵਾਲੇ ਬਣੀਏ, ਵਹਿਮਾਂ ਭਰਮਾਂ ਤੋਂ ਦੂਰ ਰਹੀਏ। ਆਓ ਅਖੀਰ ਤੇ ਫਤਿਹ ਨਾਲ ਸਾਂਝ ਪਾਓ ਜੀ, ਪ੍ਰੇਮ ਸਹਿਤ ਉਚਾਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਆਗਨ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ। ਮਾਇਆ ਮੋਹ